1947 ਦੀ ਦੇਸ਼ ਵੰਡ ਸਮੇਂ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਇੱਕ ਹਿੰਦ ਪਾਕ ਸਰਹੱਦ ਵਾਹਗਾ ਵਿਖੇ ਇੱਕ ਪਵਿੱਤਰ ਯਾਦਗਾਰ ਬਣਾਈ ਗਈ ਸੀ। ਇਹ ਯਾਦਗਾਰ ਤੁਸੀਂ ਦੇਖ ਸਕਦੇ ਨੇ, ਇਹ ਯਾਦਗਾਰ ਹੁਣ ਨਹੀਂ ਰਹੀ ਔਰ ਦੱਸਿਆ ਜਾ ਰਿਹਾ ਕਿ ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਆ ਉਹਨਾਂ ਵੱਲੋਂ ਇੱਕ ਬਿਊਟੀਫਿਕੇਸ਼ਨ ਦੇ ਨਾਮ ਤੇ ਇਹ ਜਿਹੜੀ ਯਾਦਗਾਰ ਆ ਇਹਨੂੰ ਹਮੇਸ਼ਾ ਲਈ ਦਫਨਾ ਦਿੱਤਾ ਗਿਆ। ਔਰ ਇਹ ਉਹ ਯਾਦਗਾਰ ਹੈ ਜਿਹੜੀ ਜਦੋਂ ਕੋਈ ਦੇਸ਼ ਦੀ ਵੰਡ ਕਹਿੰਦਾ, ਕੋਈ ਦੇਸ਼ ਦੀ ਆਜ਼ਾਦੀ ਕਹਿੰਦਾ, ਕੋਈ ਦੇਸ਼ ਦੀ ਕਹਿੰਦੇ ਕਿ ਗੁਲਾਮੀ ਦੀਆਂ ਜੰਜੀਰਾਂ ਟੁੱਟੀਆਂ, ਕੋਈ ਕਹਿੰਦਾ ਕਿ ਦੇਸ਼ ਨਹੀਂ ਵੰਡਿਆ ਗਿਆ, ਜੇ ਵੰਡਿਆ ਗਿਆ ਸੀ ਤੇ ਪੰਜਾਬ, ਤੇ ਉਹਦੇ 'ਚ 10 ਲੱਖ ਪੰਜਾਬੀਆਂ ਦੇ ਲੋਕ ਜਿਹੜੇ ਉਜੜੇ ਸੀ, ਧੀਆਂ ਭੈਣਾਂ ਵੀ ਉਜੜੀਆਂ ਸੀ। ਤੇ ਹੁਣ ਗੌਰਮੈਂਟ ਆਫ ਇੰਡੀਆ ਨੂੰ ਕੀ ਲੋੜ ਪਈ ਕਿ ਜਿਹੜੀ ਇੱਕ ਦਹਾਕੇ ਤੋਂ ਜ਼ਿਆਦਾ ਜਿਹੜੀ ਯਾਦਗਾਰ ਬਣੀ ਸੀ, ਜਿਹੜੀ ਇਹ ਦਰਸਾਉਂਦੀ ਸੀ ਕਿ ਜਦ ਦੇਸ਼ ਵੰਡਿਆ ਗਿਆ ਸੀ ਤੇ ਉਦੋਂ 10 ਲੱਖ ਤੋਂ ਵੱਧ ਲੋਕਾਂ ਦੀ ਜਾਣ ਗਈ ਸੀ, ਤੇ ਉਹਨੂੰ ਇਹ ਪਵਿੱਤਰ ਯਾਦਗਾਰ ਲੋੜ ਕੀ ਪੈ ਗਈ ਢਾਉਣ ਦੀ। ਤੇ ਅਸੀਂ ਜਿਹੜੀ ਫੋਕਲਰ ਰਿਸਰਚ ਅਕੈਡਮੀ ਦੇ ਪ੍ਰਧਾਨ ਅਤੇ ਜਨਰਲ ਸੈਕਟਰੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਜਦੋਂ ਇਹ ਪੂਰਾ ਸੈਂਟਰ ਸਰਕਾਰ ਨੇ ਇਹ ਜਿਹੜਾ ਯਾਦਗਾਰ ਢਾਹ ਦਿੱਤੀ ਗਈ ਤੇ ਉਹਨਾਂ ਦੇ ਮਨ 'ਤੇ ਕੀ ਗੁਜ਼ਰੀ, ਉਹਨਾਂ 'ਤੇ ਦਿਲ 'ਤੇ ਕੀ ਗੁਜ਼ਰੇਗੀ। ਤੇ ਸਾਡੇ ਨਾਲ ਨੇ ਤਾਰਾ ਸਿੰਘ ਸੰਧੂ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਡਾਕਟਰ ਈਸ਼ਵਰ ਦਿਆਲ ਗੌੜ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਤੇ ਨਾਲ ਦੇ ਨਾਲ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਹੁਣ ਬੀੜਾ ਚੁੱਕਿਆ। ਪੰਜਾਬ ਸਰਕਾਰ ਦੇ ਕੰਨਾਂ ਤੱਕ ਵੀ ਆਵਾਜ਼ ਜਾਏਗੀ ਔਰ ਸੈਂਟਰ ਦੀ ਸਰਕਾਰ ਤੱਕ ਵੀ ਕੰਨਾਂ ਤੱਕ ਆਵਾਜ਼ ਜਾਏਗੀ ਕਿ ਜੇ ਅਸੀਂ ਇੱਦਾਂ ਹੀ ਯਾਦਗਾਰਾਂ ਢਾਉਂਦੇ ਰਹੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇਗਾ ਕਿ ਜੇ ਦੇਸ਼ ਆਜ਼ਾਦ ਹੋਇਆ ਸੀ ਜਾਂ ਗੁਲਾਮੀ ਦੀਆਂ ਜੰਜੀਰਾਂ ਟੁੱਟੀਆਂ ਸੀ ਤੇ ਉਦੋਂ ਕਿੰਨੇ ਲੋਕਾਂ ਦਾ ਖੂਨ ਪੀ ਕੇ ਆਜ਼ਾਦੀ ਮਿਲੀ ਸੀ। ਤਾਰਾ ਸਿੰਘ ਸੰਧੂ ਜੀ, ਪਹਿਲਾਂ ਮੈਂ ਤੁਹਾਡੇ ਕੋਲ ਨਾਲ ਗੱਲ ਕਰਦਾ ਹਾਂ। ਇਹ ਜਿਹੜੀ ਯਾਦਗਾਰ ਬਣਾਈ ਸੀ ਤੇ ਸਰਕਾਰ ਨੇ ਹੁਣ ਢਾਹ ਦਿੱਤੀ, ਚਾਹੇ ਬਿਊਟੀਫਿਕੇਸ਼ਨ ਦੇ ਨਾਮ ਦੇ ਨਾਲ, ਕਿੰਨਾ ਕਿ ਮਨ ਨੂੰ ਢਾਹ ਲੱਗੀ ਜੀ? ਸਾਨੂੰ ਬਹੁਤ ਦੁੱਖ ਲੱਗਾ ਕਿਉਂਕਿ ਇਹ ਇੱਕ NGO ਵੱਲੋਂ ਬਣਾਈ ਹੋਈ ਹਿੰਮਤ ਸੀ। ਇਹ ਉਸ ਸਮੇਂ ਬਣਾਈ ਜਦੋਂ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਜਿਹੜੀ ਹੈ ਦੋਨੋਂ ਦੇਸ਼ ਮਨਾ ਰਹੇ ਸੀ, ਤੇ ਅਸੀਂ ਸੋਚਿਆ ਵੀ ਉਹ ਜਿਹੜਾ 10 ਲੱਖ ਪੰਜਾਬੀ ਮਾਰਿਆ ਗਿਆ ਦੋਨੀ ਪਾਸੇ, ਉਹਦਾ ਕੀ ਕਸੂਰ ਸੀ ਤੇ ਉਹਨਾਂ ਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ। ਤੁਸੀਂ ਯੂਰਪ ਜਾਂ ਨਾਰਥ ਅਮਰੀਕਾ 'ਚ ਜਾਓ, ਜੇ ਕਿਤੇ 15 ਬੰਦੇ ਵੀ ਅਨਨੋਨ ਮਰੇ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਹਮੇਸ਼ਾ ਮੋਨੂਮੈਂਟ ਬਣਾਈ ਜਾਂਦੇ ਆ। ਤਾਂ 10 ਲੱਖ ਬੰਦਾ ਸੀ, 80 ਲੱਖ ਬੰਦਾ ਦੋਨੀ ਪਾਸੇ ਉਜੜਿਆ, 30,335 ਔਰਤਾਂ ਤੇ ਲੜਕੀਆਂ ਉਧਾੜੀਆਂ ਗਈਆਂ ਜਾਂ ਉਹਨਾਂ ਦਾ ਬਲਾਤਕਾਰ ਹੋਏ, ਔਰ 860 ਬੱਚੇ ਜਿਹੜੇ ਹੈ ਚੜ੍ਹਦੇ ਪੰਜਾਬ 'ਚ ਰਹਿ ਗਏ। ਉਹਨਾਂ ਦੀਆਂ ਮਾਵਾਂ ਨੂੰ ਪਾਕਿਸਤਾਨ ਦੀ ਮਿਲਟਰੀ ਬਾਅਦ 'ਚ ਲੈ ਗਈ, ਉਹ ਜੰਮਦੇ ਹੀ ਮਾਂ ਮਿਸਟਰ ਹੋ ਗਏ। ਇਹ ਸੰਸਾਰ ਦੀ ਦੂਜੀ ਸੰਸਾਰ ਜੰਗ ਤੋਂ ਬਾਅਦ ਵੱਡੀ ਟ੍ਰੈਜਡੀ ਹੈ। ਇਸ ਤੋਂ ਪਹਿਲਾਂ 20 ਲੱਖ ਬੰਦਾ ਬਲਗਾਰੀਆ ਤੇ ਗ੍ਰੀਕ ਦੇ ਵਿੱਚ ਤਬਦੀਲੀ ਹੋਈ ਸੀ, ਇੱਕ ਵੀ ਬੰਦਾ ਨਹੀਂ ਮਾਰਿਆ ਗਿਆ ਸੀ 3 ਸਾਲਾਂ ਦੇ ਵਿੱਚ, ਔਰ ਜਿਹਦੀ ਪ੍ਰਾਪਰਟੀ ਉਧਰ ਸੀਗੀ ਜਿੰਨੀ ਉਹਨੂੰ ਗ੍ਰੀਕ ਵਾਲੇ ਨੂੰ ਬਲਗਾਰੀਆ 'ਚ ਮਿਲ ਗਈ, ਬਲਗਾਰੀਆ ਵਾਲਿਆਂ ਨੂੰ ਗ੍ਰੀਕ 'ਚ ਮਿਲ ਗਈ। ਪਰ ਇੱਥੇ ਬਦਕਿਸਮਤੀ ਦੇ ਨਾਲ ਇੱਥੋਂ ਤੱਕ ਇਹਦਾ ਦੁੱਖ ਲੱਗਾ ਵੀ ਜਿਹੜੇ ਜਸਟਿਸ ਦੀ ਡਿਊਟੀ ਲੱਗੀ ਸੀਗੀ ਬ੍ਰਿਟਿਸ਼ ਇੰਡੀਆ ਵੱਲੋਂ, ਉਹਨੇ ਆਪਣਾ ਮਿਹਨਤਦਾਨਾ ਲੈਣ ਤੋਂ ਵੀ ਰੈਕਲਿਫ ਨੇ ਇਨਕਾਰ ਕਰ ਦਿੱਤਾ ਵੀ ਨਹੀਂ, ਮੈਂ ਮਿਹਨਤਦਾਨਾ ਨਹੀਂ ਲੈਣਾ। ਤੁਸੀਂ ਯਾਦਗਾਰ ਬਣਾਉਣੀ ਤਾਂ ਕੀ ਸੀ, ਚਾਹੀਦਾ ਤਾਂ ਇਹ ਸੀ ਵੀ ਗੌਰਮੈਂਟ ਬਣਾਉਂਦੀ, ਸੈਂਟਰ ਗੌਰਮੈਂਟ ਬਣਾਉਂਦੀ ਜਾਂ ਪੰਜਾਬ ਗੌਰਮੈਂਟ ਬਣਾਉਂਦੀ। ਤੁਸੀਂ ਬਣੀ ਹੋਈ ਇੱਕ ਯਾਦਗਾਰ ਜਿਹਦੇ 'ਤੇ 16 ਸਾਲ ਅਸੀਂ ਮੇਲਾ ਲਾਉਂਦੇ ਰਹੇ। 30 ਦਸੰਬਰ 1996 ਨੂੰ ਅਸੀਂ ਇਹ ਯਾਦਗਾਰ ਦੀ ਜਿਹੜਾ ਉਹ ਉਦਘਾਟਨ ਕੀਤਾ। ਪਹਿਲਾਂ ਕਾਮਰੇਡ ਹਰਕਿਸ਼ਨ ਸਰਜੀਤ ਉਹਨਾਂ ਨੇ ਆਉਣਾ ਸੀ, ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਸੀ, ਪਰ ਉਸ ਦਿਨ ਚੋਣਾਂ ਦੀ ਅਨਾਉਂਸਮੈਂਟ ਹੋਣ ਕਰਕੇ ਉਹ ਨਹੀਂ ਆਇਆ। ਗਵਰਨਮੈਂਟ ਆਫ ਇੰਡੀਆ ਨੇ ਬਿਊਟੀਫਿਕੇਸ਼ਨ ਕਰਨੀ ਹੈ, ਰੱਜ ਕੇ ਕਰਨ, ਬਿਊਟੀਫਿਕੇਸ਼ਨ ਕਰਨ, ਪਰ ਇਹ ਜਿਹੜੀ ਯਾਦਗਾਰ ਇਹ ਸੈਂਟਰ ਸਰਕਾਰ ਦੀ ਤੁਹਾਨੂੰ ਮਜਬੂਰੀ ਲੱਗਦੀ ਹੈਗੀ ਹੈ ਕਿ ਪਾਕਿਸਤਾਨ ਦੀ ਜਿਹੜੀ ਕੋਈ ਯਾਦਗਾਰ ਜਿਹੜੀਆਂ ਸਾਂਝੀਆਂ ਬਣੀਆਂ ਉਹ ਇੰਡੀਆ 'ਚ ਅਸੀਂ ਰਹਿ ਨਹੀਂ ਦੇਣੀਆਂ? ਅਸਲ 'ਚ ਇਹ ਹੈ ਵੀ ਇਹਨਾਂ ਨੂੰ ਉਹ ਚੁੱਭਦਾ, ਕਿਉਂਕਿ ਜੇ ਬਿਊਟੀਫਿਕੇਸ਼ਨ ਦੇ ਨਾਂ 'ਤੇ ਕੋਈ ਗੱਲ ਕਰਨੀ ਸੀ, ਅਸੀਂ ਬਾਰਡਰ 'ਚ ਇੰਟਰਫੀਅਰ ਨਹੀਂ ਕਰਦੇ, ਸਾਨੂੰ ਪਤਾ ਕਿ ਉਹ ਕਿਸੇ ਰਾਸ਼ਟਰ ਦਾ ਸੈਂਸਿਟਿਵ ਏਰੀਆ ਹੁੰਦਾ, ਪਰ ਅਸੀਂ ਸੈਂਟਰ ਤੋਂ ਮਨਜ਼ੂਰੀ ਲੈ ਕੇ ਹੀ ਬਣਾਈ ਸੀ। ਨੰਬਰ 1, ਸਾਨੂੰ ਉਹ ਬੁਲਾਉਂਦੇ, ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੂੰ ਉਹ ਬੁਲਾਉਂਦੇ, ਸਾਡੇ ਆਫਸਵੀਰੀਅਰ ਨੂੰ ਬੁਲਾਉਂਦੇ। ਉਸ ਤੋਂ ਬਾਅਦ ਉਹ ਕਹਿੰਦੇ ਵੀ ਭਾਈ ਆਹ ਮਜਬੂਰੀ ਬਣ ਰਹੀ ਆ, ਅਸੀਂ ਤੁਹਾਨੂੰ ਇਸ ਜਗ੍ਹਾ 'ਤੇ ਥਾਂ ਦਿੰਦੇ ਹਾਂ
ਤੁਹਾਡੀ ਮਦਦ ਕਰਦੇ, ਬਣਿਆ ਬਣਾਇਆ ਢਾਂਚਾ ਅਸੀਂ ਉਧਰ ਲੈ ਜਾਗੇ। ਇੱਥੋਂ ਤੱਕ ਵੀ ਇੱਕ ਸ਼ਿਲਾਲੇਖ ਲਾਈ ਸੀ ਜਿਹਦੇ ਤੇ ਇੱਕ ਪਾਸੇ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਸੀ, ਹਮ ਜੋ ਤਰੀਕ ਰਾਹੋਂ ਮੈਂ ਮਾਰੇ ਗਏ, ਔਰ ਦੂਸਰੇ ਪਾਸੇ ਸੀਗੀ ਅੰਮ੍ਰਿਤਾ ਪ੍ਰੀਤਮ ਦੀ ਵੀ ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ। ਉਹ ਸ਼ਿਲਾਲੇਖ ਵੀ ਢਾਤੀ। ਇਹ ਅਣਜਾਣੇ ਚ ਹੋ ਗਈ ਕਿ ਜਾਂ ਚੁੱਭਦੀ ਸੀ? ਨਹੀਂ, ਚੁੱਭਦੀ ਹੈ ਕਿਉਂਕਿ ਜਿਹੜਾ ਚਾਈਨਾ ਵੱਲ ਤਾਂ ਮੂੰਹ ਨਹੀਂ ਹੋ ਰਿਹਾ ਕਿਸੇ ਤੋਂ, ਤੇ ਇੱਧਰ ਗਾਲਾਂ ਕੱਢਣੀਆਂ ਬਹੁਤ ਸੌਖੀਆਂ। ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਕਿ ਅਸੀਂ ਹਿਸਟਰੀ ਜਿਹੜੀ ਬਣ ਜਾਂਦੀ ਹੈ ਉਹਦੇ ਨਾਲ ਛੇੜਖਾਨੀ ਕਰਨ ਦੀ ਸਾਨੂੰ ਕਿਉਂ ਲੋੜ ਪੈ ਜਾਂਦੀ ਹੈ? ਹਿਸਟਰੀ ਨੂੰ ਅਸੀਂ ਮਿਸਟਰੀ ਬਣਾਉਣ ਦਾ ਕਿਉਂ ਯਤਨ ਕਰਦੇ? ਦੇਖੋ, ਜਿਹੜਾ ਇਤਿਹਾਸ ਹੈਗਾ, ਹਰ ਇੱਕ ਇਤਿਹਾਸ ਆਪਦੇ ਆਪ ਦੇ ਵਿੱਚ ਸਮਕਾਲੀਨ ਇਤਿਹਾਸ ਹੁੰਦਾ, ਨਹੀਂ ਅਦਰਵਾਈਜ਼ ਇਤਿਹਾਸ ਤਾਂ ਕੀ ਹੈ, ਇੱਕ ਡੈੱਡ ਹੈ। ਅਸੀਂ ਇਤਿਹਾਸ ਨੂੰ ਉਦੋਂ ਹੀ ਜਗਾਉਣੇ ਆ ਜਦੋਂ ਸਾਨੂੰ ਸਾਡੀਆਂ ਪ੍ਰੈਜ਼ੈਂਟ ਦੇ ਵਿੱਚ ਕੁਝ ਸਾਨੂੰ ਲੋੜਾਂ ਹੁੰਦੀਆਂ ਨੇ, ਉਦੋਂ ਇਤਿਹਾਸ ਜਗਾਇਆ ਜਾਂਦਾ। ਹੁਣ ਕੋਈ ਸਰਕਾਰ ਦੀਆਂ ਜਾਂ ਕੁਝ ਇਸ ਤਰ੍ਹਾਂ ਦੇ ਲੋਕਾਂ ਦੀਆਂ ਕੁਝ ਲੋੜਾਂ ਸੀ ਜਿਨ੍ਹਾਂ ਨੇ ਇਸ ਜਿਹੜੇ ਸਮਾਰਕ ਸੀ, ਇਹ ਪੰਜਾਬ ਦਾ ਤੇ ਪੂਰੇ ਪੰਜਾਬੀਆਂ ਦਾ ਇੱਕ ਸਮਾਰਕ ਸੀ, ਡਾਇਸਪੋਰਿਕ ਪੰਜਾਬੀਆਂ ਦਾ ਸਮਾਰਕ ਸੀ, ਜਿਸ ਨੂੰ ਢਾਹ ਦਿੱਤਾ ਗਿਆ। ਇਹ ਢਾਹਣ ਦਾ ਮਤਲਬ ਇਹ ਹੈ ਕਿ ਇਹ ਪੰਜਾਬ ਨੂੰ ਢਾਹਿਆ ਗਿਆ, ਪੰਜਾਬ ਦੀਆਂ ਜਿਹੜੀਆਂ ਸਮ੍ਰਿਤੀਆਂ ਨੇ ਲੋਕਾਂ ਦੀਆਂ ਉਹਨਾਂ ਨੂੰ ਢਾਹਿਆ ਗਿਆ। ਤੇ ਇਹ ਪੰਜਾਬ ਦਾ ਜਿਹੜਾ ਸਮਾਰਕ ਹੈਗਾ, ਇਹ ਉਸ ਪੰਜਾਬ ਦੀ ਗੱਲ ਕਰਦਾ ਹੈ, ਉਹ ਸਮਾਰਕ ਜਿਸ ਦੇ ਵਿੱਚ ਕੁਰੂਕਸ਼ੇਤਰ ਹੈ, ਜਿੱਥੋਂ ਜਾਨੀ ਕਿ ਭਗਵਤ ਗੀਤਾ ਬੋਲੀ ਗਈ। ਇਹ ਉਹ ਸਮਾਰਕ ਹੈ ਜਿੱਥੇ ਸੈਯਦਪੁਰ ਬਾਰੇ, ਜਿੱਥੇ ਬਾਬਾ ਨਾਨਕ ਨੇ ਬਾਬਰ ਨੂੰ ਵੰਗਾਰਿਆ। ਇਹ ਉਸ ਪੰਜਾਬ ਦਾ ਸਮਾਰਕ ਹੈ ਜਿੱਥੇ ਅਨੰਦਪੁਰ ਸਾਹਿਬ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਜਿੱਥੇ ਵੇਦ ਪੁਰਾਣ ਤੇ ਬਾਬਰ ਦੀ ਬਾਣੀ ਸਾਰਾ ਕੁਝ ਹੈ। ਇਹ ਉਹ ਇਤਿਹਾਸਿਕ ਤੌਰ ਤੇ ਵਿਕਸਿਤ ਸਮਾਰਕ ਹੈਗਾ ਸੀ ਜਿਸ ਨੂੰ ਤੁਸੀਂ 1 ਮਿੰਟ ਦੇ ਵਿੱਚ ਢਹਿ ਢੇਰੀ ਕਰ ਦਿੱਤਾ। ਤੇ ਇਹ ਜਿਹੜਾ ਸਮਾਰਕ ਹੈਗਾ ਸੀ, ਇਹ ਜਦੋਂ ਅਸੀਂ ਬਣਾਇਆ ਗਿਆ ਹੈਗਾ ਸੀ, ਡਾਕਟਰ ਤਾਰਾ ਸਿੰਘ ਸੰਧੂ ਦੀ ਇਹ ਉਹਨਾਂ ਦੀ ਕਾਢ ਸੀ ਕਿ ਆਪਾਂ ਇਸ ਤਰ੍ਹਾਂ ਦਾ ਬਣਾਈਏ, ਤਾਂ ਅਸੀਂ ਕੁਝ ਲੋਕ ਇਕੱਠੇ ਹੋਏ। ਇਹ ਸਮਾਰਕ ਇਕੱਲਾ ਸਮਾਰਕ ਹੀ ਨਹੀਂ ਹੈਗਾ, ਇਸ ਸਮਾਰਕ ਦੇ ਪਿੱਛੇ ਬਹੁਤ ਵੱਡੀ ਪੰਜਾਬ ਦੀ ਸੱਭਿਆਚਾਰਕ ਸੋਚ ਪਈ ਹੋਈ ਹੈ, ਇਤਿਹਾਸਿਕ ਤੌਰ ਦੇ ਉੱਤੇ ਬਹੁਤ ਵੱਡੀ ਸੋਚ ਹੈਗੀ ਹੈ। ਤੇ ਉਸ ਸੋਚ ਨੂੰ ਲੈ ਕੇ ਇਸ ਸਮਾਰਕ ਦੇ ਨਾਲ ਤਾਂ ਅਸੀਂ 2 ਗੱਲਾਂ ਵੀ ਜੋੜੀਆਂ। ਇੱਕ ਤਾਂ ਰਾਜਾ ਪੋਰਸ ਮਿੱਤਰਤਾ ਮੇਲਾ ਕਰਵਾਇਆ ਗਿਆ, ਕਿਉਂਕਿ ਪੋਰਸ ਇੱਕ ਸਾਰੇ ਪੰਜਾਬੀਆਂ ਦਾ ਸਾਂਝਾ ਸੀ ਤਾਂ ਕਿ ਯਾਦ ਰਹੇ। ਤੇ ਫਿਰ ਅਸੀਂ ਇੱਕ ਕਲਚਰਲ ਪਾਲਿਸੀ ਬਣਾਈ। ਉਹ ਕਲਚਰਲ ਪਾਲਿਸੀ ਫਿਰ ਅਸੀਂ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਵੀ ਤਿਆਰ ਕੀਤੀ, ਡਾਕਟਰ ਤਾਰਾ ਸਿੰਘ ਸੰਧੂ ਤੇ ਮੈਨੇ ਦੋਨਾਂ ਨੇ ਮਿਲ ਕੇ। ਤੇ ਇਹ ਜਿਹੜੀ ਸੱਭਿਆਚਾਰਕ ਪਾਲਿਸੀ ਹੈ ਤੇ ਰਾਜਾ ਪੋਰਸ ਮਿੱਤਰਤਾ ਮੇਲਾ ਤੇ ਜਿਹੜਾ ਇਹ ਸਮਾਰਕ ਉਭਰਿਆ, ਇਹ ਤਿੰਨੇ ਚੀਜ਼ਾਂ ਇੰਟੀਗ੍ਰੇਟਿਡ ਹੈਗੀਆਂ ਨੇ, ਠੀਕ ਹੈ ਨਾ। ਤੇ ਜਦੋਂ ਤੁਸੀਂ ਐਨੇ ਲੋਕ ਉਹਦੇ ਨਾਲ ਜੁੜੇ, ਲੋਕਾਂ ਦੀਆਂ ਸਮ੍ਰਿਤੀਆਂ ਜੁੜੀਆਂ ਹੋਈਆਂ ਹੈਗੀਆਂ ਨੇ, ਤੇ ਕੱਲੀਆਂ ਸਮ੍ਰਿਤੀਆਂ ਨਹੀਂ, ਲੋਕਾਂ ਦੇ ਸੈਂਟੀਮੈਂਟਸ, ਇਮੋਸ਼ਨਸ ਜੁੜੇ ਹੋਏ ਹੈਗੇ ਨੇ। ਸਮਾਰਕ ਕੱਲਾ ਪੱਥਰ ਦਾ ਸਮਾਰਕ ਨਹੀਂ ਹੁੰਦਾ ਹੈਗਾ, ਉਹਦੇ ਵਿੱਚ ਯਾਨੀ ਕਿ ਇੱਕ ਪੂਰੀ ਕਮਿਊਨਿਟੀ, ਇੱਕ ਲੋਕਾਂ ਦੀ ਇਨਵੋਲਵਮੈਂਟ ਰੂਹ ਹੁੰਦੀ ਹੈ। ਤੇ ਮੈਂ ਉਸ ਨੂੰ ਕਹਿਣਾ ਹੁੰਦਾ ਕਿ ਇਹ ਸਾਡਾ ਇੱਕ ਲਿਵਿੰਗ ਮੋਨੂਮੈਂਟ ਸੀ ਜਿਹੜਾ ਢਾਇਆ ਨਹੀਂ ਗਿਆ, ਜਿਸ ਨੂੰ ਕੀ ਕੀਤਾ ਗਿਆ, ਕਤਲ ਕਰ ਦਿੱਤਾ ਗਿਆ। ਜਿਸ ਤਰ੍ਹਾਂ ਕਿ ਇਹ ਤੇ ਸਰਕਾਰਾਂ ਮੰਨ ਲਓ ਇਹਨਾਂ ਢਾਤਾ ਜਿਹੜਾ ਸਮਾਰਕ ਬਣਾਇਆ ਗਿਆ ਸੀ, ਪਰ ਇਹ ਗੱਲਾਂ ਚੋਂ ਤੇ ਮਨ ਚੋਂ ਨਹੀਂ ਨਾ ਲੋਕਾਂ ਦੇ ਵਿਸਾਰ ਸਕਦੇ ਕਿ ਕੁਰਸੀ ਦੇ ਖਾਤਰ ਹੀ 2 ਦੇਸ਼ ਬਣ ਗਏ ਸੀ। ਕਿ ਲੱਗਦਾ ਕਿ ਉਸੇ ਕਰਕੇ ਕਿ ਇਹ ਸਾਡੀ ਜਿਹੜੀ ਗਲਤੀ ਆਜ਼ਾਦ ਕਰਵਾਉਂਦੀ ਸਮਾਰਕ, ਕਿ ਸਾਡੀਆਂ ਲਲਚਾਈਆਂ ਨਜ਼ਰਾਂ ਕਰਕੇ ਕੁਰਸੀ ਦੀ ਖਾਤਰ ਇੰਨੇ ਲੋਕ ਅਸੀਂ ਮਰਵਾਤੇ ਹੈਗੇ, ਤੇ ਇਹ ਜਿਹੜੀ ਯਾਦਗਾਰ ਚੁੱਭਦੀ ਹੈ। ਹਾਂ, ਇਹ ਯਾਦਗਾਰ ਕਈ ਪਾਸਿਓਂ ਯਾਨੀ ਕਿ ਚੁੱਭਦੀ ਹੁੰਦੀ ਹੈ ਯਾਦਗਾਰ। ਇੱਕ ਤਾਂ ਯਾਦਗਾਰ ਤੁਹਾਨੂੰ ਉਸ ਚੀਜ਼ ਦੀ ਯਾਦ ਦਿਵਾਉਂਦੀ ਹੈ, ਵੰਡ ਦੀ ਜਿਹੜੀ ਪੋਲੀਟਿਕਸ ਹੈਗੀ ਹੈ ਕਿ ਅਸੀਂ 10 ਲੱਖ ਬੰਦੇ ਮਾਰੇ ਗਏ, ਇੱਕ ਉਸ ਦੀ ਯਾਦ ਦਿਵਾਉਂਦੀ। ਇੱਕ ਉਸ ਚੀਜ਼ ਦੀ ਯਾਦ ਦਿਵਾਉਂਦੀ ਹੈ ਜਿਹੜਾ ਸਾਂਝਾਪਨ ਹੈਗਾ। ਅਸੀਂ ਥਿਊਰੀ ਦੇ ਵਿੱਚ ਲੋਕਾਂ 'ਚ ਵੱਡੇ ਵੱਡੇ ਸਾਰੇ ਕਹੀ ਜਾਂਦੇ ਆ ਪੰਜਾਬੀ ਡਾਇਸਪੋਰਾ, ਪੰਜਾਬੀ ਡਾਇਸਪੋਰਾ। ਪੰਜਾਬੀ ਡਾਇਸਪੋਰਾ ਨੂੰ ਤਾਂ 1 ਸਕਿੰਟ 'ਚ ਰਾਤੋਂ ਰਾਤ ਢਾਹ ਕੇ ਰੱਖਤਾ, ਠੀਕ ਹੈ ਨਾ। ਲੋਕ ਉਸ ਦੇ ਨਾਲ ਜੁੜੇ ਹੋਏ ਨੇ ਤੇ ਲੋਕਾਂ ਦੀ ਉਸ ਦੇ ਵਿੱਚ ਆਸਥਾ ਵੀ ਹੈਗੀ ਆ। ਇਸ ਕਰਕੇ ਮੈਂ ਇਸ ਨੂੰ ਮੰਨਦਾ ਹੈਗਾ ਕਿ ਇਹ ਬਹੁਤ ਵੱਡੀ ਇੱਕ ਟ੍ਰੈਜਡੀ ਹੋਈ ਹੈਗੀ ਆ, ਪਰ ਇਕੱਲਾ ਸਮਾਰਕ ਹੀ ਨਹੀਂ ਹੈਗਾ, ਇਹਦੇ ਨਾਲ ਸਾਡਾ ਰਾਜਾ ਪੋਰਸ ਮਿੱਤਰਤਾ ਮੇਲਾ ਤੇ ਸਾਡੀ ਸੱਭਿਆਚਾਰਕ ਸੋਚ ਜੁੜੀ ਹੋਈ ਹੈਗੀ। ਆਪਣੇ ਤਾਰਾ ਸਿੰਘ ਜੀ ਜਿਸ ਤਰ੍ਹਾਂ ਕਹਿੰਦੇ ਕਿ ਆਪਣੇ ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਆ ਗਏ ਨੇ, ਜਿਸ ਦਾ ਜ਼ਿਕਰ ਕਰ ਰਹੇ ਨੇ ਕਿ ਇਹਦੇ 'ਚ ਜਿਹੜੀ ਯਾਦਗਾਰੀ ਇਹਦੇ 5 ਕੋਨੇ ਸੀ ਤੇ 5 ਦਰਿਆਵਾਂ ਦਾ ਪ੍ਰਤੀਕ ਸੀ। ਇਹ ਲੱਗਦਾ ਕਿ ਐਡੀ ਵੱਡੀ ਜਿਹੜੀ ਰੂਹ ਪਹਿਲਾਂ ਤੇ ਰੂਹ ਉੱਦਾਂ ਸਾਡੀ ਦਫਨਾਤੀ 10 ਲੱਖ ਲੋਕਾਂ ਦਾ ਕਤਲ ਕਰਕੇ, ਜਿਹੜੀ ਥੋੜ੍ਹੀ ਬਹੁਤੀ ਰੂਹ ਹੈਗੀ ਉਹ ਵੀ ਅੱਜ ਉਡਾਤੀ। ਗੌਡ ਸਾਹਿਬ ਨੇ ਤੇ ਸੰਧੂ ਸਾਹਿਬ ਨੇ ਨਾ ਉਹ ਸਾਰੇ ਸਿੰਬਲ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਸਾਨੂੰ ਜੋੜਦੇ ਆ। ਸਾਂਝਾ ਪੰਜਾਬ ਜਿਹੜਾ ਸਾਡਾ ਯਾਦਾਂ 'ਚ ਵਸਿਆ ਪੰਜਾਬ, ਜਿਹੜਾ ਧਰਮਾਂ ਤੋਂ ਉੱਠਿਆ ਪੰਜਾਬ, ਜਿਹੜਾ ਭਾਸ਼ਾ ਨਾਲ ਜੁੜਿਆ ਹੋਇਆ ਪੰਜਾਬ ਸੀਗਾ, ਸਾਡੇ ਸਾਂਝੀ ਸੱਭਿਅਤਾ, ਸਾਂਝਾ ਇਤਿਹਾਸ, ਸਾਂਝੇ ਦੁੱਖ, ਸਾਂਝੇ ਸੁੱਖ। ਔਰ 5 ਦਰਿਆ, 5 ਦਰਿਆਵਾਂ ਦਾ ਪਾਣੀ ਲਿਆ ਕੇ ਉੱਥੇ ਰੱਖਿਆ। ਉਹਦਾ ਮਤਲਬ ਇਹੀ ਸੀ ਕਿ ਠੀਕ ਹੈ ਬਾਰਡਰ ਦੇ ਉੱਤੇ ਕੰਡਿਆਂ ਵਾਲੀ ਬਾੜ ਤੁਸੀਂ ਭੁੱਲਰ ਸਾਹਿਬ ਲਾ ਦਿੱਤੀ ਹੈ, ਪਰ ਸਾਡੇ ਦਿਲ ਅੱਜ ਵੀ
ਉਹਨਾਂ ਜਗ੍ਹਾ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਯਾਦਾਂ ਨੂੰ ਤਰਸਦੇ ਆ। ਸਾਡੇ ਅੱਖਾਂ 'ਚ ਹੰਝੂ ਅੱਜ ਵੀ ਆਉਂਦੇ ਆ। ਜਿਹੜੇ ਇੱਧਰ ਆ ਗਏ ਤੇ ਜਿਹੜੇ ਇੱਧਰ ਆਏ ਆ ਉਹ ਉੱਧਰਲੀ ਯਾਦ ਉਹਨਾਂ ਨੂੰ ਸਤਾਉਂਦੀ ਹੈ। ਇਸ ਕਰਕੇ ਇਹ ਤੇ ਬਿਲਕੁਲ ਬਹੁਤ ਹੀ ਇੱਕ ਵੱਡਾ ਉਪਰਾਲਾ ਸੀ ਇਹ ਦੱਸਣ ਲਈ ਕਿ ਇੱਕ ਪਾਸੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਏਡੀਆਂ ਵੱਡੀਆਂ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਔਰ ਉਹਦੇ ਰਿਜ਼ਲਟ ਵਜੋਂ ਨਿਕਲਿਆ ਕਿ ਅਸੀਂ 10 ਲੱਖ ਲੋਕ ਦੋਵੇਂ ਪਾਸੇ ਪੰਜਾਬੀਆਂ ਨੇ ਹੋਰ ਮਰਵਾ ਲਏ। ਇਸ ਲਈ ਸਾਨੂੰ ਤਾਂ ਦੋਹਰਾ ਨੁਕਸਾਨ ਹੋਇਆ। ਸਾਡੇ ਪਹਿਲਾਂ ਵੀ ਸ਼ਹੀਦ ਹੋਏ ਆਜ਼ਾਦ ਕਰਾਉਣ ਲਈ। ਆਜ਼ਾਦੀ ਮਿਲਣ ਦੇ ਨਾਲ ਸਾਨੂੰ ਐਡਾ ਵੱਡਾ ਇੱਕ ਜ਼ਖਮ ਮਿਲ ਗਿਆ ਜਿਹੜਾ ਸਦਾ ਲਈ ਸਾਨੂੰ ਦਰਦ ਕਰਦਾ। ਉਸ ਦਰਦ ਤੋਂ ਮੁਕਤੀ ਪਾਉਣ ਲਈ, ਤੁਸੀਂ ਕਹੋ ਨਿਜਾਤ ਪਾਉਣ ਲਈ ਵੀ ਇੱਕ ਜੇ ਆਪਾਂ ਮਿਲਦੇ, ਜਿਵੇਂ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਲਿਖੀ ਗਈ ਜਾਂ ਅੰਮ੍ਰਿਤਾ ਪ੍ਰੀਤਮ ਦੀ, ਤੇ ਇਹ ਜੁੜਤ ਬਣਾਉਣੀ ਸੀ। ਤੁਹਾਨੂੰ ਪਤਾ ਉਹਦੇ ਯਾਦ ਦੀ ਸਿਰੇ ਦੇ ਉੱਤੇ 2 ਹੱਥ ਇਸ ਤਰ੍ਹਾਂ ਇੱਕ ਦੂਜੇ ਨੂੰ ਮਿਲਦੇ ਹੱਥ ਦਿਖਾਏ ਆ। ਉਹਦਾ ਮਤਲਬ ਇਹ ਹੈ ਕਿ ਅਸੀਂ ਕੰਡਿਆਂ ਵਾਲੀ ਤਾਰ ਸਾਡੀ ਦੋਸਤੀ ਨੂੰ, ਸਾਡੀ ਸੱਭਿਅਤਾ ਨੂੰ, ਸਾਡੀ ਬੋਲੀ ਨੂੰ ਅਲੱਗ-ਅਲੱਗ ਨਹੀਂ ਕਰ ਸਕਦੀ। ਅਸੀਂ ਇੱਕ ਸ਼ਕਤੀਵਾਨ ਸ਼ਕਤੀਆਂ ਪੰਜਾਬੀ ਐਜ਼ ਪੰਜਾਬੀ। ਤਾਂ ਉਹ ਗੱਲ ਤੇ ਬਿਲਕੁਲ ਅੱਜ ਦੇ ਯੁੱਗ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਇਹ ਕੋਈ ਮਨਜ਼ੂਰ ਕਰੂਗਾ, ਕੋਈ ਸੁਣ ਸਕੂਗਾ, ਕੋਈ ਦੇਖ ਸਕੂਗਾ ਕਿ ਅਸੀਂ ਦੋਸਤੀ ਦੀ ਗੱਲ ਕਰੀਏ ਪਾਕਿਸਤਾਨ ਨਾਲ, ਨੇੜਤਾ ਦੀ ਗੱਲ ਕਰੀਏ, ਸਾਂਝੇ ਪੰਜਾਬ ਦੀ ਗੱਲ ਕਰੀਏ, ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਇਹੀ ਕਾਰਨ ਆ ਕਿ ਇਸ ਨੂੰ ਮਲੀਆ ਮੇਟ ਕੀਤਾ ਗਿਆ, ਬਿਨਾਂ ਪੁੱਛਿਆ ਕੀਤਾ ਗਿਆ। ਸੈਂਟਰ ਦੇ ਮੈਂ ਕਹਿੰਦਾ ਪ੍ਰਸ਼ਾਂਤ ਭੂਸ਼ਣ ਦੇ ਕੇਸ ਦੇ ਉੱਤੇ ਸਾਰਾ ਤੂਫਾਨ ਖੜਾ ਕੀਤਾ ਇੱਕ ਟਵੀਟ ਤੇ। ਆ ਛੋਟਾ ਹਮਲਾ ਆ, ਇਹ ਬਹੁਤ ਵੱਡਾ ਹਮਲਾ ਆ, ਔਰ ਇਸ ਗੱਲ ਦੀ ਪੂਰੇ ਤੋਂ ਪੂਰਾ ਸਖਤ ਐਕਸ਼ਨ ਲੈਣਾ ਚਾਹੀਦਾ। ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੇ ਕੀਤਾ ਆ, ਕਿਉਂਕਿ ਇਹਦੇ 'ਚ BSF ਦੀ ਵੀ ਸੈਂਕਸ਼ਨ ਸੀਗੀ, ਉਹਦੀ ਮਨਜ਼ੂਰੀ ਲੈ ਕੇ ਬਣਾਇਆ ਸੀ, ਔਰ ਸੈਂਟਰ ਗਵਰਨਮੈਂਟ ਦੀ ਮਨਜ਼ੂਰੀ ਸੀ। ਜਦ ਸਾਰਿਆਂ ਦੀ ਮਨਜ਼ੂਰੀ ਸੀ ਕਿਹਦੀ ਜ਼ਰੂਰਤ ਪੈ ਸਕਦੀ ਹੈ। ਇਸ ਕਰਕੇ ਹੁਣ ਇਹਨਾਂ ਦਾ ਕੋਈ ਇੱਥੇ ਕੰਟੈਂਪਟ ਨਹੀਂ ਹੋ ਰਿਹਾ। ਸਾਡੇ ਉਹ ਤਾਂ ਪੰਜਾਬੀ ਦਾ ਕਸੂਰ ਹੈਗਾ ਨਾ ਜੀ, ਪੰਜਾਬੀ ਤੜਫ ਰੱਖਦੇ ਨੇ, ਬਾਕੀ ਜਿਹੜੇ ਭਾਈਚਾਰਾ ਤੜਫ ਨਹੀਂ ਰੱਖਦਾ ਗਾ, ਉਹ ਤਾਂ ਉੱਥੇ ਐਂਟਰਟੇਨਮੈਂਟ ਵਾਸਤੇ ਆਉਂਦੇ ਨੇ। ਹੁਣ ਤੁਸੀਂ ਜਿਹੜੇ ਉੱਥੇ ਰਿਟਰੀਟ ਸੈਰੇਮਨੀ ਹੁੰਦੀ ਹੈ। ਹੁਣ ਤੁਸੀਂ ਬਿਲਕੁਲ ਅਸਲੀ ਗੱਲ ਜਿਹੜੀ ਕਹਿਤੀ ਹੈ ਕਿ ਇਹ ਸਾਡਾ ਮਾਮਲਾ, ਪਰ ਜੇ ਸਾਡੇ ਕੋਲੋਂ ਦੇਸ਼ ਭਗਤੀ ਦਾ, ਸਾਡੇ ਕੋਲੋਂ ਕੁਰਬਾਨੀਆਂ ਦੀ ਉਮੀਦ ਕਰਦੇ ਆ, ਤਾਂ ਸਾਡੇ ਇਤਿਹਾਸ ਨੂੰ, ਸਾਡੀ ਭਾਸ਼ਾ ਨੂੰ, ਸਾਡੀ ਸਾਂਝ ਨੂੰ ਇੱਜ਼ਤ ਦੇਣੀ ਪਊਗੀ, ਕਦਰ ਦੇਣੀ ਪਊਗੀ। ਉਸ ਨੂੰ ਮੰਨਣਾ ਪਊਗਾ ਕਿ ਅਸੀਂ ਕਿਤੇ ਨਾ ਕਿਤੇ ਪੰਜਾਬੀ, ਭਾਵੇਂ ਲਹਿੰਦੇ ਪੰਜਾਬ ਦੇ ਹੋਵੇ, ਭਾਵੇਂ ਇਸ ਪਾਸੇ ਦੇ ਪੰਜਾਬ ਦੇ ਹੋਈਏ, ਸਾਡੀ ਜੁੜਤ ਹੈ, ਸਾਡੀ ਤਾਕਤ ਹੈ। ਸੋਚ ਕੇ ਦੇਖੋ ਜੀ, ਅੱਜ ਇਹ ਸਾਂਝਾ ਪੰਜਾਬ ਹੁੰਦਾ, ਇਹ ਦੇਸ਼ ਨਾ ਵੰਡਿਆ ਹੁੰਦਾ, ਤੇ ਸਭ ਤੋਂ ਤਾਕਤਵਰ ਇਹ ਪੰਜਾਬ ਹੋਣਾ ਸੀ। ਤੁਹਾਨੂੰ ਪਤਾ ਸਾਡੀਆਂ ਪਾਰਲੀਮੈਂਟ 'ਚ ਸੀਟਾਂ ਕਿੰਨੀਆਂ ਹੋਣੀਆਂ ਸੀ? 115 ਤੋਂ ਉੱਪਰ। ਤੁਸੀਂ ਦੋਸਤੀ ਦੀ ਗੱਲਾਂ ਕਰਦੇ ਨੇ, ਦੋਸਤੀ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਇਹ ਤੇ ਤੁਸੀਂ ਬੜੀ ਪਤੇ ਦੀ ਗੱਲ ਕਹਿ ਰਹੇ ਆ। ਹੁਣ ਜੇ ਦੇਸ਼ ਨੂੰ ਤੁਸੀਂ ਇੱਕ ਸੈਕੂਲਰ, ਜਿਹੜਾ ਧਰਮ ਨਿਰਪੱਖ ਦੇਸ਼ ਹੈ, ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਜਮਾਤਾਂ, ਯੂਨੀਵਰਸਿਟੀਆਂ 'ਚ ਵੀ ਪੜ੍ਹਾਇਆ ਗਿਆ, ਔਰ ਸਹੁੰ ਵੀ ਜਿਸ ਸੰਵਿਧਾਨ ਦੀ ਚੁੱਕਦੇ ਆ ਸਾਰੇ ਜਿਹੜੇ ਪੋਲੀਟੀਸ਼ੀਅਨ ਆ, ਤੇ ਜੇ ਫਿਰ ਅੱਜ ਵੀ ਉਹਨਾਂ ਨੇ ਇਹੀ ਕਹਿਣਾ ਧਰਮ ਦੇ ਨਾਂ 'ਤੇ ਵੰਡੀਆਂ ਪਾਉਣੀਆਂ, ਧਰਮ ਦੇ ਨਾਂ 'ਤੇ ਦੇਸ਼ ਦੀ ਰਾਜਨੀਤੀ ਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਆ, ਤੇ ਇਹਦਾ ਖਮਿਆਜਾ ਕੌਣ ਭੁਗਤੂਗਾ? ਅਸੀਂ ਤੇ ਭੁਗਤ ਲਿਆ। ਕਿਹਦਾ ਭੁਗਤਿਆ? ਧਰਮ ਦਾ ਖਮਿਆਜਾ ਭੁਗਤਿਆ ਨਾ, ਕਿ ਮੁਸਲਮਾਨਾਂ ਨੂੰ ਉੱਧਰ ਕੱਢਣਾ, ਮੁਸਲਮਾਨ ਇੱਕ ਅਲੱਗ ਨੇਸ਼ਨ ਆ। ਹੁਣ ਇਹ ਸਾਰਾ ਦੇਸ਼ ਭੁਗਤੂਗਾ, ਤੇ ਫਿਰ ਆਪਾਂ ਕਿੱਥੇ ਜੋਗੇ ਰਵਾਂਗੇ? ਤਾਰਾ ਸਿੰਘ ਜੀ, ਹੁਣ ਤੁਸੀਂ ਅਗਲਾ ਸਟੈਪ ਕੀ ਹੋਏਗਾ ਸਰ? ਅਸੀਂ ਜੀ ਪਹਿਲਾਂ ਤਾਂ, ਕਿਉਂਕਿ ਜਿਹੜਾ ਬਾਰਡਰ ਹੁੰਦਾ, ਇਹ ਸੈਂਸਿਟਿਵ ਏਰੀਆ ਹੁੰਦਾ, ਇਹ ਰਾਸ਼ਟਰ ਹਿੱਤਾਂ ਨਾਲ ਵੀ ਜੁੜਿਆ ਹੁੰਦਾ। ਅਸੀਂ ਚਾਹੁੰਦੇ ਸੀ ਵੀ ਜੇ ਉਹਨਾਂ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਤਾਂ ਉਹ ਸਾਨੂੰ ਕੌਨਫੀਡੈਂਸ 'ਚ ਲੈਂਦੇ, ਸਾਨੂੰ ਸਥਾਨ ਦਿੰਦੇ, ਸਾਧਨ ਦਿੰਦੇ ਵੀ ਭਾਈ ਇਸ ਥਾਂ 'ਤੇ ਤੁਸੀਂ ਇਹ ਬਣਾ ਲਓ। ਹੁਣ ਵੀ ਸਾਡੀ ਮੰਗ ਹੈ ਕਿ ਸਾਨੂੰ ਬਕਾਇਦਾ ਤੌਰ 'ਤੇ ਉੱਥੇ ਸਥਾਨ ਦਿੱਤਾ ਜਾਵੇ ਔਰ ਸਾਧਨ ਦਿੱਤੇ ਜਾਣ, ਜਿਹਦੇ ਨਾਲ ਅਸੀਂ ਇਹ ਪਵਿੱਤਰ ਯਾਦਗਾਰ ਜ਼ਰੂਰ ਬਣਾਈਏ। ਤੇ ਨਹੀਂ ਤਾਂ ਅਸੀਂ ਆਪਦੇ ਸਾਧਨਾਂ ਨਾਲ ਜਦੋਂ ਬਣਾਵਾਂਗੇ ਬਾਹਰ, ਤਾਂ ਫਿਰ ਉੱਥੇ ਲਿਖ ਕੇ ਲਾਵਾਂਗੇ ਪਰਮਾਨੈਂਟ ਵੀ ਇਸ ਗੌਰਮੈਂਟ ਨੇ, ਇਸ ਨੈਸ਼ਨਲ ਹਾਈਵੇ ਅਥਾਰਟੀ ਨੇ ਸਾਡਾ ਪੰਜਾਬੀਆਂ ਦੀ ਮੋਨੂਮੈਂਟ ਦਾ ਕਤਲ ਕੀਤਾ। ਇਹ ਲੱਗਦਾ ਕਿ ਤੁਸੀਂ ਚੈਲੰਜ ਕਰ ਸਕਦੇ ਹੈਗੇ ਇਸ ਮਸਲੇ ਨੂੰ, ਪਬਲਿਕ 'ਚ ਤੁਸੀਂ ਜਾ ਸਕਦੇ, ਕਿਤੇ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਖਟਕਾ ਸਕਦੇ। ਜੇ ਸੈਂਟਰ ਨੇ ਯਾਦਗਾਰ ਰੱਖਣੀ ਹੁੰਦੀ, ਉਹਨਾਂ ਨੇ ਢਾਉਣੀ ਕਿਉਂ ਸੀ? ਅਸੀਂ ਕਾਨੂੰਨੀ ਤੌਰ ਤੇ ਵੀ ਇਹਦੇ ਲਈ ਸਲਾਹ ਮਸ਼ਵਰਾ ਲੈ ਰਹੇ ਹਾਂ। ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਰਿਕੁਐਸਟ ਕਰਾਂਗੇ ਵੀ ਉਹ ਵੀ ਇੰਟਰਫੀਅਰ ਕਰਨ, ਔਰ ਇਹ ਜੇ ਕਾਨੂੰਨੀ ਪੱਖ ਤੋਂ ਸਾਨੂੰ ਲੱਗਾ ਤਾਂ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਰਿਟ ਪਾਵਾਂਗੇ। ਸੰਤ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਪੰਜਾਬ ਸਰਕਾਰ ਵੀ ਘੱਟੋ ਘੱਟ ਨੋਟਿਸ ਲੈ ਸਕਦੀ? ਵੱਖਰੀ ਗੱਲ ਹੈ ਜੇ ਕੋਈ ਨੈਸ਼ਨਲ ਹਾਈਵੇ ਗਵਰਨਮੈਂਟ ਆਫ ਇੰਡੀਆ ਦਾ ਪਾਰਟ ਆ, ਲੇਕਿਨ ਜੂਰੀਡਿਕਸ਼ਨ ਤੇ ਪੰਜਾਬ ਦੀ, ਇਹਨਾਂ ਨੂੰ ਵੀ ਤਾਂ ਇਨਫੋਰਮ ਕੀਤਾ ਹੋਊਗਾ PWD ਜਾਂ ਸਰਕਾਰ ਨੂੰ ਕਿ ਇੱਦਾਂ ਦੀ ਇੱਥੇ ਯਾਦਗਾਰ ਬਣੀ। DC ਨੂੰ ਪਤਾ ਹੋਏਗਾ ਕੁਝ ਨਾ ਕੁਝ, ਕਿ ਸਰਕਾਰ ਨੂੰ ਪਤਾ ਨਹੀਂ ਲੱਗਾ? ਇਹ ਤਾਂ 10 ਦਿਨ ਪਹਿਲਾਂ 15 ਅਗਸਤ ਤੋਂ ਇਹ ਢਾਇਆ,
ਤੇ ਜਦੋਂ ਮੀਡੀਏ ਵਾਲੇ ਉੱਥੇ ਗਏ ਆ ਆਜ਼ਾਦੀ ਦੀ ਵਰ੍ਹੇਗੰਢ ਕਵਰ ਕਰ ਲਈ, ਉਹਨਾਂ ਨੇ ਆਣ ਕੇ ਸਾਨੂੰ ਦੱਸਿਆ, ਉੱਥੋਂ ਪਤਾ ਲੱਗਾ। 14 ਤਰੀਕ ਦਾ ਜਦੋਂ ਦੋਨੇ ਮੁਲਕ ਮੋਮਬੱਤੀਆਂ ਜਗਾਉਂਦੀਆਂ ਗੱਲਾਂ ਕਰਦੇ ਰਹੇ। ਬਿਲਕੁਲ ਬੜੀ ਸਾਫ਼ ਗੱਲ ਹੈ ਭੁੱਲਰ ਜੀ ਕਿ 28 ਤਰੀਕ ਨੂੰ ਅਸੈਂਬਲੀ ਦਾ ਸੈਸ਼ਨ ਆ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਦਣ ਇੱਥੇ ਪ੍ਰੋਟੈਸਟ ਹੋਊਗਾ ਅਸੈਂਬਲੀ ਦੇ ਅੰਦਰ। ਜੇ ਹਾਕਮ ਪਾਰਟੀ ਨਹੀਂ ਉਠਾਉਂਦੀ ਤੇ ਵਿਰੋਧੀ ਪਾਰਟੀਆਂ ਰਾਹੀਂ ਉਠਾਵਾਂਗੇ। ਇਹ ਮੁੱਦਾ ਸਾਰੇ ਪੰਜਾਬ ਦਾ ਕਿਉਂ ਪਾਕਿਸਤਾਨੀ ਪੰਜਾਬ ਦਾ ਵੀ ਮੁੱਦਾ ਹੈਗਾ। ਇਹ ਛੋਟੀ ਗੱਲ ਨਹੀਂ ਹੈਗੀ। ਜੇ ਦੁਬਾਰਾ ਸਮਾਰਕ ਅਸੀਂ ਆਪ ਜਨਤਾ ਬਣਾਉਣੀ ਮੈਂ ਕਹਿੰਦਾ ਆਪ ਸਾਨੂੰ ਚਾਹੀਦੀ, ਸਾਨੂੰ ਕਿਸੇ ਤੋਂ ਕੋਈ ਨਹੀਂ ਲੈਣਾ ਚਾਹੀਦਾ, ਜਗ੍ਹਾ ਅਸੀਂ ਉਹਨਾਂ ਕੋਲੋਂ ਲਵਾਂਗੇ। ਜੇ ਅਸੀਂ ਆਪ ਬਣਾਉਂਦੇ ਹਾਂ, ਅਸੀਂ ਇੱਕ ਲਿਖ ਕੇ ਪਲੇਟ ਇਹ ਵੀ ਲਾਵਾਂਗੇ ਕਿ ਕਿਹੜੇ ਬੰਦਿਆਂ ਨੇ ਇੱਥੇ ਸਾਡੇ ਨਾਲ ਕੀ ਕੀਤਾ। ਬਿਲਕੁਲ ਸਾਰੇ ਲੋਕ ਪੜ੍ਹ ਕੇ ਜਾਇਆ ਕਰਨਗੇ। ਬਾਕੀ ਦੇ ਅਸੀਂ ਦੁਬਾਰਾ ਜਿਹੜੇ ਫੈਜ਼ ਅਹਿਮਦ ਫੈਜ਼ ਦਾ ਹੋਰ ਸਾਰਾ ਕੁਝ ਉੱਥੇ ਲੱਗ ਜਾਣਗੀਆਂ ਛਿਲਾ। ਅੰਮ੍ਰਿਤਾ ਪ੍ਰੀਤਮ ਦੀ ਵੀ ਕਵਿਤਾ ਦੁਬਾਰਾ ਲਿਖੀ, ਇੱਕ ਪਲੇਟ ਜ਼ਰੂਰ ਲੱਗੂਗੀ। ਕਿ ਤੁਸੀਂ ਸੋਚ ਕੇ ਦੇਖੋ, ਜਲ੍ਹਿਆਂਵਾਲੇ ਬਾਗ ਦੀ ਸਮਾਰਕ ਆ, ਕੱਲ੍ਹ ਨੂੰ ਕੋਈ ਬਿਨਾਂ ਪੁੱਛਿਆ ਉਹਨੂੰ ਢਾਹ ਦੂਗਾ। ਜਾਣੀ ਤੁਸੀਂ ਕਿਤੇ ਵੀ ਹੋਰ ਬਣਾ ਲਓ। ਮੈਂ ਹੋਰ ਗੱਲਾਂ ਦੀਆਂ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ। ਗੱਲ ਇਹ ਨਹੀਂ ਹੁੰਦੀ ਹੈ। ਗੱਲ ਤੇ ਮਸਜਿਦ ਕਿਤੇ 5 ਏਕੜ ਹੁਣ ਵੀ ਤਾਂ ਜਗ੍ਹਾ ਦੇਤੀ, ਪਰਾਂ ਵੀ ਬਣ ਸਕਦੀ ਸੀ। ਕਿਉਂ ਇੰਨਾ ਲੰਮਾ ਕੇਸ ਚੱਲਿਆ? ਕਿਸੇ ਚੀਜ਼ਾਂ ਦੀ ਕੋਈ ਸੈਂਕਟਿਟੀ ਹੁੰਦੀ, ਪਵਿੱਤਰਤਾ ਹੁੰਦੀ ਹੈ। ਇਹ ਥੋੜੀ ਕਿ ਤੁਸੀਂ ਚੱਕ ਕੇ ਇਹਨੂੰ ਜਿੱਥੇ ਮਰਜ਼ੀ ਸੜਕ ਦੇ ਅੰਦਰ ਜਿਹੜੇ ਗੁਰਦੁਆਰੇ ਆ ਜਾਂਦੇ ਆ ਜਾਂ ਹੋਰ ਕੋਈ ਮੰਦਿਰ ਆ ਜਾਂਦੇ, ਕਿੰਨਾ ਰੌਲਾ ਪੈਂਦਾ। ਉਹ ਕਹਿੰਦੇ ਕਿ ਜੀ ਸੜਕ ਪਰਾਂ ਲੈ ਜਾਓ, ਇੱਥੇ ਨਹੀਂ, ਇਹ ਨਹੀਂ ਹੁਣ ਪੁੱਟਿਆ ਜਾ ਸਕਦਾ। ਇਸ ਕਰਕੇ ਇਹ ਤੇ ਉਹ ਗੱਲ ਨਹੀਂ ਸੀ। ਇਹ ਤੇ ਇੱਕ ਕਲੈਕਟਿਵ ਤੁਸੀਂ ਲੋਕਾਂ ਦੀ ਆਤਮਾ ਨੂੰ ਸੱਟ ਮਾਰੀ ਹੈ। ਸਾਂਝੇ ਪੰਜਾਬ ਦੀ ਆਤਮਾ ਨੂੰ, ਇਤਿਹਾਸ ਨੂੰ ਨਕਸ਼ੇ ਤੋਂ ਖਤਮ ਕਰਨ ਦੇ ਉੱਤੇ ਇੱਕ ਹਮਲਾ ਕੀਤਾ ਆ। ਔਰ ਇਸੇ ਹੀ ਨਜ਼ਰ ਨਿਗਾਹ ਦੇ ਨਾਲ ਲਿਆ ਜਾਊਗਾ। ਡਾਕਟਰ ਸਾਹਿਬ, ਤੁਸੀਂ ਰਾਜਾ ਪੋਰਸ ਦੀ ਗੱਲ ਕੀਤੀ, ਉਸ ਪੰਜਾਬੀ ਸੂਰਵੀਰ ਦੀ ਗੱਲ ਕੀਤੀ, ਚਾਹੇ ਫੈਜ਼ ਅਹਿਮਦ ਫੈਜ਼, ਚਾਹੇ ਅੰਮ੍ਰਿਤਾ ਪ੍ਰੀਤਮ। ਜਦੋਂ ਇਹ ਜਾੜਾ ਹੋਇਆ ਤੇ ਉਹਨਾਂ ਦੀਆਂ ਕਲਮਾਂ ਵੀ ਰੋਈਆਂ। ਇੱਕ ਬੜਾ ਕਹਿੰਦੇ ਨੇ ਕਿ ਸਾਡੇ ਖੇਡਾਂ ਦਾ ਇੱਕ ਸਾਧਨ ਹੋ ਸਕਦਾ, ਸਾਡੇ ਕਲਾਕਾਰ ਇੱਕ ਸਾਧਨ ਹੋ ਸਕਦੇ, ਸਾਡੀਆਂ ਯਾਦਗਾਰ ਇੱਕ ਸਾਧਨ ਬਣ ਸਕਦੀਆਂ ਕਿ ਜਿਹੜੀਆਂ ਕੜਤਣਾ ਪਈਆਂ ਉਹ ਦੂਰ ਹੋ ਸਕਦੀਆਂ। ਹੁਣ ਤਾਂ ਇਹ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਸਟੈਪ ਜਾਂ NHAI ਦਾ ਸਟੈਪ ਹੈਗਾ, ਇਹ ਬਰਦਾਸ਼ਤਯੋਗ ਹੈ? ਨਹੀਂ, ਇਹ ਮੈਂ ਇੱਕ ਗੱਲ ਹੋਰ ਬੈਠੇ ਸੋਚ ਰਿਹਾ ਸੀ ਕਿ ਇਹ 1996 ਦੇ ਵਿੱਚ ਅਸੀਂ ਯਾਦਗਾਰ ਬਣਾਈ। 4 ਸਾਲ ਉਹ ਤੇ 20 ਸਾਲੇ 24 ਸਾਲ ਹੋ ਗਏ। 24 ਸਾਲ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਇਹ ਗੱਲ ਸੁੱਝੀ ਹੈ, 24 ਸਾਲਾਂ ਦੇ ਵਿੱਚ ਕਿਉਂ ਨਹੀਂ ਸੁੱਝੀ ਹੈਗੀ? ਠੀਕ ਹੈ ਨਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਇਸ ਤਰ੍ਹਾਂ ਦੀ ਅਚਾਨਕ ਸੁੱਝਦੀ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ। ਕਿਉਂਕਿ ਜੇ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਤਾਂ ਪਰਮਿਸ਼ਨ BSF ਤੋਂ ਵੀ ਲਿੱਤੀ, ਅਸੀਂ ਪਰਮਿਸ਼ਨ ਪਾਰਲੀਮੈਂਟ ਤੋਂ ਵੀ ਲਿੱਤੀ ਪਰਮਿਸ਼ਨ, ਤੇ ਉਸ ਸਮੇਂ ਵੀ ਇਹ ਸੋਚਿਆ ਜਾ ਸਕਦਾ ਸੀ। ਤੇ ਇਹ ਕਿਉਂ ਹੋਈ ਇਹ ਇਸ ਤਰ੍ਹਾਂ ਦੀ ਗੱਲ ਕਿਉਂ ਹੋਈ? ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈਗਾ ਕਿ ਇਸ ਕਿਸਮ ਦੀਆਂ ਕੋਈ ਸ਼ਰਾਰਤੀ ਅੰਸ਼ ਜਾਂ ਸ਼ਰਾਰਤੀ ਸੋਚ ਉਸ ਦੇ ਪਿੱਛੇ ਕੰਮ ਕਰ ਰਹੀ ਹੈਗੀ ਹੈ। ਅਤੇ ਜਿੱਥੋਂ ਤੱਕ ਸਮਾਰਕਾਂ ਦਾ ਸਵਾਲ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਸਮਾਰਕਾਂ ਦੇ ਪਿੱਛੇ ਹੀ ਸਮ੍ਰਿਤੀਆਂ ਨੇ। ਉਹਨੂੰ ਤੁਸੀਂ ਕਿੱਥੋਂ ਤੱਕ ਢਾਈ ਜਾਓਗੇ ਲੋਕਾਂ ਦੀ? ਉਹ ਲੋਕ ਬਰਦਾਸ਼ਤ ਨਹੀਂ ਕਰਨਗੇ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਉਹ ਸਾਈਡਾਂ ਤੋਂ ਛੱਡ ਦਿੰਦੇ ਨੇ ਜਿੱਥੇ ਹਾਈਵੇ ਸੜਕ ਬਣਦੀ ਹੈ। ਦੇਖੋ ਤੁਸੀਂ ਕਿੰਨੀ ਵੱਡੀ, ਤੁਸੀਂ ਦਿੱਲੀ ਤੋਂ ਇੱਥੋਂ ਜਾਓ ਤਾਂ ਰਾਸਤੇ ਦੇ ਵਿੱਚ ਨਾ ਕੋਸ ਮੀਨਾਰ ਬਣੇ ਹੋਏ ਨੇ। ਉਹ ਦਿੱਲੀ ਸਲਤਨਤ ਟਾਈਮ ਦੇ ਬਣੇ ਹੋਏ ਨੇ, ਕਿੰਨੇ ਪੁਰਾਣੇ। ਉਹ ਖੇਤਾਂ ਦੇ ਵਿੱਚ ਵੀ ਆ ਗਏ। ਕਈ ਤੁਸੀਂ ਮੈਂ ਆਮ ਬੰਦਿਆਂ ਨਾਲ ਗੱਲ ਕੀਤੀ ਵੀ ਇਹਨੂੰ ਢਾਹ ਦਿਓ। ਉਹ ਆਮ ਕਿਸਾਨ, ਮੈਂ ਕਾਰ 'ਚ ਉਤਰ ਕੇ ਕਿਸਾਨ ਨੂੰ ਉੱਥੇ ਪੁੱਛਿਆ, ਮੈਂ ਇਹਨੂੰ ਢਾਹ ਦਿਓ, ਕਹਿੰਦੇ ਨਹੀਂ ਜੀ ਇਹ ਯਾਦਗਾਰ ਹੈ। ਨਾਲੇ ਉਹਦਾ ਕੁਝ ਵੀ ਨਹੀਂ ਹੈਗਾ, ਉਹਨੂੰ ਪਤਾ ਹੀ ਨਹੀਂ ਹੈਗਾ। ਲੋਕਾਂ ਦੇ ਸੈਂਟੀਮੈਂਟਸ ਨੇ। ਦੇਖੋ ਬੰਦਿਆਂ ਦੇ ਤਾਂ ਇਹ ਵੀ ਯਾਦ ਰਹਿੰਦਾ ਕਿ ਫਲਾਣੇ ਦਿਨ ਫਲਾਣੀ ਥਾਂ ਯਾਰ ਉੱਥੇ ਕੰਧ 'ਤੇ ਧੁੱਪ ਸੀ ਮੇਰੀ, ਉਹਦੇ ਨਾਲ ਹੈਗੀ ਹੈ ਸਾਂਝ, ਹੈਗੀ ਹੈ ਫਲਾਣੀ ਚੀਜ਼ ਨਾਲ। ਇਮੈਜੀਨੇਸ਼ਨ 'ਚ ਅਸੀਂ ਕਿਤੇ ਦੀ ਕਿਤੇ ਪਹੁੰਚ ਜਾਂਦੇ ਹਾਂ। ਉਹ ਸਮਾਰਕ ਪਤਾ ਨਹੀਂ ਕਿੰਨਾਂ ਦੇ ਮਾਂ ਬਾਪ ਭੈਣਾਂ ਜਿਹੜੇ ਉਜੜੇ ਨੇ ਉਹਨਾਂ ਦੀ ਯਾਦ ਦਿਵਾਉਂਦੀ ਹੋਊ। ਇੱਕ ਸਕਿੰਟ ਪਲਕ ਝਪਕਦੇ ਹੀ ਉਸ ਨੂੰ ਦੇਖ ਕੇ ਮੈਂ ਲਾਹੌਰ ਪਹੁੰਚ ਜਾਣਾ, ਉੱਧਰ ਵਾਲੇ ਪਾਸੇ ਗਰਦਨ ਚੱਕ ਕੇ ਦੇਖਦੇ ਨੇ ਅੰਮ੍ਰਿਤਸਰ ਪਹੁੰਚ ਜਾਂਦੇ ਨੇ। ਮੰਨ ਲਓ ਹਿਸਟਰੀ ਜਿਹੜੀ ਇਮੋਸ਼ਨਸ ਦੀ, ਸੈਂਟੀਮੈਂਟਸ ਦੀ, ਫੈਲਟ ਕਮਿਊਨਿਟੀ ਦੀ ਹਿਸਟਰੀ ਜਿਹੜੀ ਹੈਗੀ ਆ, ਉਸ ਨੂੰ ਰੂਲਿੰਗ ਕਲਾਸ ਵਾਸਤੇ ਸਮਝਣਾ ਬੜਾ ਔਖਾ ਹੈ। ਠੀਕ ਹੈ ਨਾ। ਸੈਂਟੀਮੈਂਟਸ ਦੀ ਹਿਸਟਰੀ ਨੂੰ ਤਾਂ ਜਾਂ ਤਾਂ ਇੱਕ ਕਵੀ ਸਮਝੂਗਾ, ਜਾਂ ਲੋਕ ਪੱਖੀ ਇਤਿਹਾਸਕਾਰ ਸਮਝੂਗਾ, ਜਾਂ ਉਹਨਾਂ ਤੋਂ ਵੀ ਜ਼ਿਆਦਾ ਲੋਕ ਸਮਝਣਗੇ। ਕੋਈ ਸੈਂਟੀਮੈਂਟਸ ਦੀ ਹਿਸਟਰੀ ਵੀ ਹੁੰਦੀ ਹੈਗੀ ਹੈ, ਉਸ ਨੂੰ ਤਾਂ ਹੀ ਤਾਂ ਸਭ ਕੁਝ ਹੋਇਆ। ਕੱਲਾ ਜਦੋਂ ਪਾਰਟੀਸ਼ਨ ਹੋਇਆ ਤਾਂ ਪਾਰਟੀਸ਼ਨ ਦੇ ਵਿੱਚ ਜਿਹੜੇ ਲੋਕਾਂ ਦੇ ਸੈਂਟੀਮੈਂਟ ਸੀ, ਉਹ ਸੈਂਟੀਮੈਂਟਸ ਦੇ ਉੱਤੇ ਹੀ ਸਾਰਾ ਸਾਹਿਤ ਲਿਖਿਆ ਗਿਆ ਪਾਰਟੀਸ਼ਨ ਦਾ। ਇੱਕ ਵੀ ਗੱਲ ਨਹੀਂ ਹੈਗੀ ਜਿਹ 'ਚੋਂ ਸੈਂਟੀਮੈਂਟਸ ਮੰਨਫੀ ਹੋਵੇ। ਸਾਰੇ ਦਾ ਸਾਰਾ ਵੰਡ ਦਾ ਪਾਰਟੀਸ਼ਨ ਲਿਟਰੇਚਰ ਜਿਹੜਾ ਹੈਗਾ, ਉਹ ਸਾਰੇ ਦਾ ਸਾਰਾ ਸੈਂਟੀਮੈਂਟਸ ਦੇ ਨਾਲ ਭਰਿਆ ਪਿਆ। ਠੀਕ ਹੈ ਨਾ। ਤੁਸੀਂ ਰੈਸ਼ਨੈਲਿਟੀ ਦੇ ਨਾਂ ਦੇ ਉੱਤੇ, ਸੋ ਕਾਲਡ ਪੈਟਰੀਓਟਿਜ਼ਮ ਨਾਮ ਦੇ ਉੱਤੇ, ਸੋ ਕਾਲਡ ਨੈਸ਼ਨਲਿਜ਼ਮ ਨਾਂ ਦੇ ਉੱਤੇ, ਠੀਕ ਹੈ ਨਾ। ਨੈਸ਼ਨਲਿਜ਼ਮ ਕਿਹਨੂੰ ਪਿਆਰਾ ਨਹੀਂ? ਸਾਨੂੰ ਸਭ ਤੋਂ ਵੱਧ ਪਿਆਰਾ ਆਪਦਾ ਨੈਸ਼ਨਲਿਜ਼ਮ। ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਹ ਸਮਾਰਕ ਦਾ ਇੱਧਰਲੇ ਪਾਸੇ ਬਣਨਾ ਨਾ ਇੰਡੀਅਨ ਨੈਸ਼ਨਲਿਜ਼ਮ ਦੀ ਸਭ ਤੋਂ ਵੱਡੀ ਮਿਸਾਲ ਸੀ। ਇਹ ਇਕੱਲੇ ਪੰਜਾਬ ਦੀ ਨਹੀਂ ਸੀ,
ਕਿਉਂਕਿ ਉਹ ਇੰਡੀਅਨ ਨੈਸ਼ਨਲਿਜ਼ਮ ਜਿਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦਾ ਯੂਨਿਟੀ ਇਨ ਡਾਈਵਰਸਿਟੀਜ਼, ਤੇ ਜੇ ਤੁਸੀਂ ਡਾਈਵਰਸਿਟੀਜ਼ ਨੂੰ, ਵੰਨ ਸਵੰਨਤਾਵਾਂ ਨੂੰ ਵਖਰੇਵਿਆਂ 'ਚ ਵੰਡੋਗੇ, ਡਿਫਰੈਂਸਿਸ 'ਚ ਵੰਡੋਗੇ, ਤਾਂ ਇਹੀ ਹਾਲ ਹੋਏਗਾ। ਇਸ ਐਡੀ ਵੱਡੀ ਮਿਸਾਲ, ਮੈਂ ਇਕੱਲੇ ਪੰਜਾਬ ਦਾ ਨੈਸ਼ਨਲਿਜ਼ਮ, ਕੋਈ ਪੈਨ ਨੈਸ਼ਨਲਿਜ਼ਮ ਜਾਂ ਇਸ ਕਿਸਮ ਦੇ ਅਸੀਂ ਸ਼ੋਵਨਿਜ਼ਮ ਦੇ ਸ਼ਿਕਾਰ ਨਹੀਂ ਹੈਗੇ, ਅਸੀਂ ਇੰਡੀਅਨ ਨੈਸ਼ਨਲਿਜ਼ਮ ਤੇ ਪਹਿਰਾ ਦੇ ਰਹੇ। ਇੰਡੀਅਨ ਨੈਸ਼ਨਲਿਜ਼ਮ ਦੀ ਐਡੀ ਵੱਡੀ ਮਿਸਾਲ ਪੰਜਾਬ ਦੇ ਵਿੱਚ, ਹਰ ਇੱਕ ਥਾਂ ਦੇ ਉੱਤੇ ਇੰਡੀਅਨ ਨੈਸ਼ਨਲਿਜ਼ਮ ਦੀ ਮਿਸਾਲ ਹੋਣੀ ਚਾਹੀਦੀ ਹੈ ਸਟੇਟ ਦੇ ਵਿੱਚ, ਤੇ ਉਹੀ ਸਟੇਟ ਢਾਹ ਰਹੀ ਹੈਗੀ ਹੈ। ਬਹੁਤ ਸ਼ੁਕਰੀਆ। ਇਹ ਸਨ ਆਪਣਾ ਇੱਕ ਲਹਿਰ ਕੋਸ਼ਿਸ਼ ਕੀਤੀ ਗਈ ਹੈਗੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ, ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਪਵਿੱਤਰ ਯਾਦਗਾਰ ਢਾਈ ਗਈ ਹੈ, ਪਵਿੱਤਰ ਯਾਦਗਾਰ ਉਹ ਯਾਦਗਾਰ ਆ ਜਿਹੜੀ 1947 ਦੀ ਦੇਸ਼ ਵੰਡ ਸਮੇਂ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸੀ, ਔਰ ਉਹ ਜਿਹੜੀ ਯਾਦਗਾਰ ਉਹ ਹਟਾ ਦਿੱਤੀ ਗਈ ਹੈ। ਕੀ ਸੈਂਟਰ ਦੀ ਮਜਬੂਰੀ ਰਹੀ, ਕੀ NHI ਦੀ ਮਜਬੂਰੀ ਰਹੀ ਹੈ, ਕੀ ਉੱਥੇ BSF ਦੀ ਮਨਜ਼ੂਰੀ ਰਹੀ, ਕੀ ਪੰਜਾਬ ਸਰਕਾਰ ਦੀ ਮਜਬੂਰੀ ਰਹੀ ਹੈ, ਬਹੁਤ ਸਾਰੀਆਂ ਮਜਬੂਰੀਆਂ ਹੋ ਸਕਦੀਆਂ, ਲੇਕਿਨ ਇਤਿਹਾਸ ਨੂੰ ਜਿੰਨਾ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਾ, ਫਿਰ ਉਸੇ ਇਤਿਹਾਸ ਨੇ ਉਹਨਾਂ ਲੋਕਾਂ ਨੂੰ ਵੀ ਮਾਫ ਨਹੀਂ ਕੀਤਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਿਊਜ਼ ਚੰਡੀਗੜ੍ਹ।